ਸਾਲਾਂ ਦੇ ਵਿੱਚ ਜਿਹੋ ਜਿਹੀਆਂ ਖਬਰਾਂ ਬੀਬੀ ਜਗੀਰ ਕੌਰ ਬਾਰੇ ਛਪੀਆਂ ਨੇ ਉਹਨਾਂ ਉੱਤੇ ਇਲਜ਼ਾਮ ਲੱਗਦੇ ਰਹੇ ਨੇ। ਖਾਸ ਤੌਰ ਤੇ ਜਦੋਂ ਅੰਮ੍ਰਿਤਪਾਨ ਕਰਵਾਇਆ ਜਾਂਦਾ ਹੈ ਤਾਂ ਪੰਜ ਪਿਆਰਿਆਂ ਦੇ ਵੱਲੋਂ ਹੁਕਮ ਸੁਣਾਇਆ ਜਾਂਦਾ ਹੈ ਕਿ ਜਿਹੜੇ ਕੁੜੀ ਮਾਰ ਔਰ ਨੜੀ ਮਾਰ ਨੇ ਉਹਨਾਂ ਨਾਲ ਸੰਬੰਧ ਨਹੀਂ ਰੱਖਣਾ, ਔਰ ਇਹ ਇਲਜ਼ਾਮ ਬੀਬੀ ਜਗੀਰ ਕੌਰ ਤੇ ਲੱਗਦਾ ਰਿਹਾ ਹੈ। ਜੇਲ੍ਹ ਵੀ ਭੁਗਤ ਕੇ ਆਏ ਨੇ, ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਵਿਵਾਦਾਂ ਭਰਪੂਰ ਹੈ, ਉਹਨਾਂ ਦਾ ਦਾਮਨ ਦੇ ਉੱਤੇ ਧੱਬੇ ਲੱਗੇ ਹੋਏ ਨੇ। ਇਹੋ ਜਿਹੇ ਬੰਦੇ ਨੂੰ ਐਸਜੀਪੀਸੀ ਦਾ ਪ੍ਰਧਾਨ ਥਾਪਣਾ ਕਿੱਥੇ ਤੱਕ ਸਹੀ ਹੈ? ਇਹ ਬੜੀ ਮੰਦਭਾਗੀ ਗੱਲ ਹੈ। मतलब कुड़ी मार ते नड़ी मार जो भी है वो बहुत ज्यादा वायलेशन है सिख धर्म दी, सिख रहो रीतां दी, सिख ट्रेडिशन दी, सिख प्रैक्टिस दी। तो इस करके इस किस्म दे बंदे नूं ਇੰਨੀ ਜ਼ਿੰਮੇਵਾਰਾਨਾ ਪੋਜੀਸ਼ਨ ਤੇ ਲੈ ਕੇ ਆਉਣਾ ਜਿਸ ਦੇ ਰਾਹੀਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਸਿੱਖੀ ਦੇ ਨਾਲ ਤਾਲੁਕ ਰੱਖਦੀਆਂ ਹੋਣੀਆਂ ਹਨ, ਨਿਯੁਕਤੀਆਂ ਹੋਣੀਆਂ, ਹੋਰ ਧਰਮ ਪ੍ਰਚਾਰ ਹੋਣਾ, ਹੋਰ ਕਿਸਮ ਦੀਆਂ ਬਹੁਤ ਵੱਡੀਆਂ ਇੰਪੋਰਟੈਂਟ ਗੱਲਾਂ ਹੋਣੀਆਂ। तो ये चीज़ मतलब शोभा नहीं दिंदी। ये चीज़ बिल्कुल ही सिक्खी दे मतलब आधार दे उत्ते नहीं है। जिस टाइम एसजीपीसी ਦੇ ਇਲੈਕਸ਼ਨ ਅਨਾਉਂਸ ਕੀਤੇ ਗਏ ਨੇ ਕਿ ਕਰਾਉਣੇ ਬੇहद ਜ਼ਰੂਰੀ ਨੇ, ਉਸ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਆਪਣੇ ਵੱਲੋਂ ਇਹ ਡਿਸੀਜਨ ਲੈਣਾ ਕਿਤੇ ਨੈਤਿਕਤਾ ਤੋਂ ਪਰੇ ਹਟ ਕੇ ਲਿਆ ਗਿਆ ਡਿਸੀਜਨ ਮੰਨਿਆ ਜਾ ਰਿਹਾ ਹੈ। ਐਬਸੋਲੂਟਲੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਔਰ ਦੂਸਰੀ ਹੋਰ ਬੜੀ ਇੰਪੋਰਟੈਂਟ ਗੱਲ ਹੈ, 550 ਸਾਲਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਮਨਾਇਆ ਗਿਆ तो बहुत बड़ा नगर कीर्तन कढ़िया गया जिस दे विच उन्हां ने यकीनी तौर पर मन्निया भी लोकां ने इतना चढ़ावा चढ़ाया, उसका हले तक कोई भी मतलब दसे नहीं गया किन्ना चढ़ावा चढ़िया, उसका कोई उसनूं अकाउंट फार ही नहीं किया गया। दूसरी इंपॉर्टेंट गल आ उस वेले कई करोड़ के 10-10 12-12 करोड़ ਦੀਆਂ ਸਟੇਜਾਂ ਲਾਈਆਂ ਗਈਆਂ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੇ ਸਿੱਖ ਵੋਟ ਬੈਂਕ ਨੂੰ ਬਚਾਉਣ ਲਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਾਂਭੇ ਕੀਤਾ ਹੈ ਤੇ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੀ ਗੱਦੀ ਤੇ ਬਿਠਾਇਆ। ਮਤਲਬ ਇੱਕ ਜਿਹੜਾ ਈਵਲ ਸੀ ਉਸ ਦੇ ਸਬਸਟੀਟਿਊਟ ਚ ਦੂਸਰਾ ਈਵਲ ਤੁਸੀਂ ਖੜਾ ਕਰ ਲਿਆ। ਇਸ ਦੇ ਨਾਲ ਤੁਹਾਨੂੰ ਕਿਸੇ ਕਿਸਮ ਦੀ ਅਪਰੂਵਲ ਸਿੱਖਾਂ ਕੰਨਿਓ ਨਹੀਂ ਮਿਲਣੀ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨੀ ਦਿਨੀ ਜਿੱਥੇ ਪਾਵਨ ਸਰੂਪਾਂ ਦੇ ਗਬਨ ਮਾਮਲੇ ਦੇ ਵਿੱਚ ਵਿਵਾਦਾਂ 'ਚ ਘਿਰੀ ਹੋਈ ਸੀ, ਉੱਥੇ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨ ਅੰਦੋਲਨ ਦੇ ਪਿੱਛੇ ਇੱਕ ਨਵੇਂ ਪ੍ਰਧਾਨ ਦੀ ਜਿਹੜੀ ਨਿਯੁਕਤੀ ਹੈ ਪ੍ਰਬੰਧਕ ਕਮੇਟੀ ਦੇ ਵਿੱਚ ਹੋਈ ਹੈ। ਇਹ ਸੁਣਨ ਦੇ ਵਿੱਚ ਆਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਂ ਜਿਹੜੇ ਅਧਿਕਾਰੀ ਨੇ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਲਗਾਈ ਸੀ ਤੇ ਇਹ ਨਿਯੁਕਤੀ ਸੌਂਪਣ ਦਾ ਜਿਹੜਾ ਅਧਿਕਾਰ ਹੈ ਉਹ ਦਿੱਤਾ ਸੀ। ਤੇ ਹੁਣ ਚੁੱਪ-ਚੁਪੀਤੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰਧਾਨ ਹੈ ਉਹ ਨਿਯੁਕਤ ਕੀਤਾ ਗਿਆ ਹੈ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੇ ਬਾਰੇ ਵਿਸਥਾਰ ਦੇ ਨਾਲ ਜਾਣਾਂਗੇ ਤੇ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਦੇ ਬਾਰੇ ਵੀ ਜਾਣਾਂਗੇ ਕਿ ਕਿੱਥੇ ਤੱਕ ਸਾਰਥਕ ਹੈ ਤੇ ਕਿਵੇਂ ਹੋ ਨਿਬੜੇਗੀ ਜਿਹੜੀ ਜਗੀਰ ਕੌਰ ਦੀ ਪ੍ਰਧਾਨਗੀ ਹੈ। ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਗੁਰਦਰਸ਼ਨ ਸਿੰਘ ਢਿੱਲੋਂ ਜੋ ਸਿੱਖ ਚਿੰਤਕ ਨੇ ਔਰ ਸਿੱਖ ਮਾਮਲਿਆਂ ਦੇ ਮਾਹਰ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸਰ, ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਬਿਲਕੁਲ ਸਿਖਰਾਂ ਤੇ ਭਖਿਆ ਹੋਇਆ ਹੈ ਤੇ ਸਾਰੇ ਪਾਸੇ ਕਿਸਾਨੀ ਅੰਦੋਲਨ ਦੀਆਂ ਖਬਰਾਂ ਚੱਲ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਚੁੱਪ-ਚੁਪੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਵੇਂ ਪ੍ਰਧਾਨ ਦੀ ਜਿਹੜੀ ਨਿਯੁਕਤੀ ਹੈ ਉਹ ਕੀਤੀ ਜਾਂਦੀ ਹੈ। ਬੀਬੀ ਜਗੀਰ ਕੌਰ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ, ਗੋਬਿੰਦ ਸਿੰਘ ਲੌਂਗੋਵਾਲ ਨੂੰ ਲਾਂਭੇ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਮੁੱਦੇ ਨੂੰ ਕਿਵੇਂ ਵੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਜਿੰਨੇ ਵੀ ਵਿਊਅਰਸ ਆ ਉਹਨਾਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दूसरी गल तुसी बहुत करैक्ट शब्द यूज़ किया, नॉमिनेशन, नियुक्ति। एक्चुअली कॉन्स्टिट्यूशन जो श्रोमणी गुरुद्वारा प्रबंधक कमेटी का उस दे विच उसकी इलैक्शन होनी चाहिए है डेमोक्रेटिक ढंग दे नाल। अनफॉर्चुनेटली उस चीज़ नूं मतलब उले करके उस चीज़ नूं वखरा करके उस दे विच नॉमिनेशन का एक प्रोसैस इंट्रोड्यूस कर दिता प्रकाश सिंह बादल ने। हुण उही चीज़ फॉलो की जा रही है सुखबीर बादल राही। ਇਹ ਵੈਸੇ ਵੀ ਗੈਰ ਵਿਧਾਨਿਕ ਆ। ਇਸ ਦੀ ਇਲੈਕਸ਼ਨ ਹੋਣੀ ਚਾਹੀਦੀ ਆ, ਡਿਊ ਡੈਮੋਕ੍ਰੈਟਿਕ ਪ੍ਰੋਸੈਸ ਫਾਲੋ ਕਰਨਾ ਚਾਹੀਦਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਕਹਿ ਰਿਹਾ ਹੈ। ਤੋ ਉਸ ਐਕਟ ਦੀ ਇੱਕ ਤਰੀਕੇ ਦੇ ਨਾਲ ਅੰਦਰੂਨੀ ਤੌਰ ਤੇ ਗੋਲਮੋਲ ਤਰੀਕੇ ਦੇ ਨਾਲ ਉਸ ਦੀ ਉਲੰਘਣਾ ਕੀਤੀ ਗਈ ਹੈ। ਅੱਛਾ, ਦੂਸਰੀ ਇੰਪੋਰਟੈਂਟ ਗੱਲ ਹੈ ਇਸ ਬਾਰੇ
ਕਿ ਬੀਬੀ ਜਗੀਰ ਕੌਰ ਇੱਕ ਮਤਲਬ ਇਸ ਕਿਸਮ ਦੇ ਡੇਰੇ ਨੂੰ ਬਿਲੋਂਗ ਕਰਦੀ ਆ ਜਿਹੜਾ ਡੇਰਾਵਾਦ ਸਿੱਖੀ ਦੇ ਵਿਰੋਧ ਦੇ ਵਿੱਚ ਆ। ਕੋਈ ਵੀ ਡੇਰਾਵਾਦ ਆ ਜਿਹੜਾ ਉਹ ਐਕਸੈਪਟੇਬਲ ਨਹੀਂ, ਸਿੱਖੀ ਦੀ ਜਿਹੜੀ ਨਿਰੋਲ ਸਾਖਸ਼ਾਤ ਜਿਹੜੀ ਉਸ ਦਾ ਆਧਾਰ ਹੈ। ਤੋ ਉਸ ਆਧਾਰ ਨੂੰ ਬੀਬੀ ਜੀ ਨੇ ਇਸ ਆਪਣੇ ਇੱਕ ਪਾਸੇ ਤਾਂ ਉਹ ਡੇਰੇ ਦੇ ਮੁਖੀ ਆ, ਦੂਸਰੇ ਪਾਸੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਨਸਟੀਟਿਊਸ਼ਨ ਆ ਜਾਂ ਉਸ ਦੀ ਜਿਹੜੀ ਆਧਾਰਸ਼ਿਲਾ ਹੈ ਉਹ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੀ। ਤੋ ਇਸ ਗੱਲ ਦੇ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਡੇਰਾਵਾਦ ਜਿਸ ਤਰੀਕੇ ਦੇ ਨਾਲ ਘੁਣ ਲੱਗਿਆ ਹੋਇਆ ਸਿੱਖੀ ਨੂੰ, ਉਸ ਨੂੰ ਪ੍ਰਫੁੱਲਤਾ ਮਿਲੇਗੀ। ਦੂਸਰੀ ਜਿਹੜੀ ਉਲੰਘਣਾ ਹੋਈ ਆ ਕਿ ਉਹ ਡੈਮੋਕ੍ਰੈਟਿਕ ਜਿਹੜਾ ਪ੍ਰਿੰਸੀਪਲ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਸ ਦੀ ਵੀ ਉਲੰਘਣਾ ਕੀਤੀ ਗਈ ਹੈ। ਇਹ ਮੰਦਭਾਗੀ ਗੱਲ ਆ ਦੋਨਾਂ ਧਿਰਾਂ ਤੋਂ। ਤੋ ਇਸ ਕਰਕੇ ਇਸ ਨੂੰ ਮਤਲਬ ਸ਼ੁਰੂਆਤ ਹੀ ਇਸ ਦੀ ਜਿਹੜੀ ਹੈਗੀ ਆ ਨਾ ਉਹ ਮਤਲਬ ਕੋਈ ਇਸ ਕਿਸਮ ਦੀ ਨਹੀਂ ਜਿਸ ਨੂੰ ਤੁਸੀਂ ਐਕਸੈਪਟ ਕਰ ਸਕਦੇ ਹੋ। ਤੋ ਇਸ ਕਰਕੇ ਬੀਬੀ ਜੀ ਤੋਂ ਮਤਲਬ ਇਹ ਚੀਜ਼ਾਂ ਜਿਹੜੀਆਂ ਹੈ, ਫਿਰ ਉਮੀਦਾਂ ਬੜੀਆਂ ਇਸ ਵੇਲੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਸ ਤਰੀਕੇ ਦੇ ਨਾਲ ਕਿੱਧਰ ਗਏ, ਕਿਵੇਂ ਗਏ, ਕੌਣ ਉਹਨਾਂ ਲਈ ਜ਼ਿੰਮੇਵਾਰ ਹੈ, ਇਸ ਦੀ ਹਲੇ ਤੱਕ ਲੋਕਾਂ ਨੂੰ, ਸਿੱਖ ਜਗਤ ਨੂੰ ਸੈਟੀਸਫੈਕਸ਼ਨ ਨਹੀਂ ਹੋਈ। ਔਰ ਜਿਹੜਾ ਪਹਿਲਾ ਪ੍ਰਧਾਨ ਸੀ ਉਸ ਨੇ ਇਸ ਨੂੰ ਮਤਲਬ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਮਝਦਾ ਇਸ ਗੱਲ ਦੀ ਸਹੀ ਜਿਹੜੀ ਜੋ ਵੀ ਹੈ ਨਿਸ਼ਾਨਦੇਹੀ ਉਹ ਤਾਂ ਹੀ ਹੋ ਸਕਦੀ ਹੈ ਜੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇ ਸਾਰੇ ਕੇਸ। ਪਰ ਸਰ ਤੁਸੀਂ ਗੱਲ ਕੀਤੀ ਆ ਵੀ ਬੀਬੀ ਜਗੀਰ ਕੌਰ ਖਾਸ ਡੇਰੇ ਦੇ ਨਾਲ ਸੰਬੰਧ ਰੱਖਦੇ ਨੇ, ਪਰ ਲੰਘੇ ਸਾਲਾਂ ਦੇ ਵਿੱਚ ਜਿਹੋ ਜਿਹੀਆਂ ਖਬਰਾਂ ਬੀਬੀ ਜਗੀਰ ਕੌਰ ਬਾਰੇ ਛਪੀਆਂ ਨੇ ਉਹਨਾਂ ਉੱਤੇ ਇਲਜ਼ਾਮ ਲੱਗਦੇ ਰਹੇ ਨੇ। ਖਾਸ ਤੌਰ ਤੇ ਜਦੋਂ ਅੰਮ੍ਰਿਤਪਾਨ ਕਰਵਾਇਆ ਜਾਂਦਾ ਹੈ ਤਾਂ ਪੰਜ ਪਿਆਰਿਆਂ ਦੇ ਵੱਲੋਂ ਹੁਕਮ ਸੁਣਾਇਆ ਜਾਂਦਾ ਹੈ ਕਿ ਜਿਹੜੇ ਕੂੜੀ ਮਾਰ ਔਰ ਨੜੀ ਮਾਰ ਨੇ ਉਹਨਾਂ ਨਾਲ ਸੰਬੰਧ ਨਹੀਂ ਰੱਖਣਾ, ਔਰ ਇਹ ਇਲਜ਼ਾਮ ਬੀਬੀ ਜਗੀਰ ਕੌਰ ਤੇ ਲੱਗਦਾ ਰਿਹਾ ਹੈ। ਜੇਲ੍ਹ ਵੀ ਭੁਗਤ ਕੇ ਆਏ ਨੇ, ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਵਿਵਾਦਾਂ ਭਰਪੂਰ ਰਿਹਾ, ਉਹਨਾਂ ਦਾ ਦਾਮਨ ਦੇ ਉੱਤੇ ਧੱਬੇ ਲੱਗੇ ਹੋਏ ਨੇ। ਇਹੋ ਜਿਹੇ ਬੰਦੇ ਨੂੰ ਐਸਜੀਪੀਸੀ ਦਾ ਪ੍ਰਧਾਨ ਥਾਪਣਾ ਕਿੱਥੇ ਤੱਕ ਸਹੀ ਹੈ? ਇਹ ਬੜੀ ਮੰਦਭਾਗੀ ਗੱਲ ਹੈ। ਮਤਲਬ ਕੁੜੀ ਮਾਰ ਤੇ ਨੜੀ ਮਾਰ ਜੋ ਵੀ ਹੈ ਉਹ ਬਹੁਤ ਜ਼ਿਆਦਾ ਵਾਇਲੇਸ਼ਨ ਆ ਸਿੱਖ ਧਰਮ ਦੀ, ਸਿੱਖ ਰਹੋ ਰੀਤਾਂ ਦੀ, ਸਿੱਖ ਟ੍ਰੈਡੀਸ਼ਨਸ ਦੀ, ਸਿੱਖ ਪ੍ਰੈਕਟਿਸਿਸ ਦੀ। ਤੋ ਇਸ ਕਰਕੇ ਇਸ ਕਿਸਮ ਦੇ ਬੰਦੇ ਨੂੰ ਇੰਨੀ ਜ਼ਿੰਮੇਵਾਰਾਨਾ ਪੋਜੀਸ਼ਨ ਤੇ ਲੈ ਕੇ ਆਉਣਾ ਜਿਸ ਦੇ ਰਾਹੀਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਸਿੱਖੀ ਦੇ ਨਾਲ ਤਾਲੁਕ ਰੱਖਦੀਆਂ ਹੋਣੀਆਂ, ਨਿਯੁਕਤੀਆਂ ਹੋਣੀਆਂ, ਹੋਰ ਧਰਮ ਪ੍ਰਚਾਰ ਹੋਣਾ, ਹੋਰ ਕਿਸਮ ਦੀਆਂ ਬਹੁਤ ਵੱਡੀਆਂ ਇੰਪੋਰਟੈਂਟ ਗੱਲਾਂ ਹੋਣੀਆਂ। ਤੋ ਇਹ ਚੀਜ਼ ਮਤਲਬ ਸ਼ੋਭਾ ਨਹੀਂ ਦਿੰਦੀ। ਇਹ ਚੀਜ਼ ਬਿਲਕੁਲ ਹੀ ਸਿੱਖੀ ਦੇ ਮਤਲਬ ਆਧਾਰ ਦੇ ਉੱਤੇ ਨਹੀਂ ਹੈ, ਸਿੱਖੀ ਪਰੰਪਰਾਵਾਂ ਦੇ ਮੁਤਾਬਕ ਨਹੀਂ, ਸਿੱਖੀ ਪ੍ਰੈਕਟਿਸਿਸ ਦੇ ਮੁਤਾਬਕ ਨਹੀਂ ਹੈ। ਸੋ ਇਸ ਕਰਕੇ ਇਹ ਬੜੀ ਮਤਲਬ ਮੰਦਭਾਗੀ ਗੱਲ ਹੋਈ ਹੈ। ਇੱਕ ਪਾਸੇ ਐਸਜੀਪੀਸੀ ਦੇ ਜਿਹੜੇ ਇਲੈਕਸ਼ਨ ਨੇ ਉਹ ਅਨਾਉਂਸ ਕੀਤੇ ਗਏ ਨੇ, ਲਗਾਤਾਰ ਪਾਵਨ ਸਰੂਪਾਂ ਦੇ ਮਾਮਲੇ ਤੋਂ ਬਾਅਦ ਐਸਜੀਪੀਸੀ ਜਿਹੜੀ ਸਵਾਲਾਂ ਦੇ ਘੇਰੇ 'ਚ ਰਹੀ ਹੈ। ਕਾਫੀ ਮਤਲਬ 2-3 ਸਾਲਾਂ ਦੇ ਜਿਹੜਾ ਇਹ ਇੰਟਰਵਲ ਹੈ ਇਹਦੇ ਵਿੱਚ ਐਸਜੀਪੀਸੀ ਦੇ ਉੱਤੇ ਕਾਫੀ ਜਿਹੜੇ ਸਵਾਲ ਨੇ ਚੁੱਕੇ ਗਏ ਨੇ, ਕਾਰਗੁਜ਼ਾਰੀ ਜਿਹੜੀ ਆ ਮਾੜੀ ਮੰਨੀ ਗਈ ਆ। ਔਰ ਹੁਣ ਜਿਸ ਟਾਈਮ ਐਸਜੀਪੀਸੀ ਦੇ ਇਲੈਕਸ਼ਨ ਅਨਾਉਂਸ ਕੀਤੇ ਗਏ ਨੇ ਕਿ ਕਰਾਉਣੇ ਬੇਹੱਦ ਜ਼ਰੂਰੀ ਨੇ, ਉਸ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਆਪਣੇ ਵੱਲੋਂ ਇਹ ਡਿਸੀਜਨ ਲੈਣਾ ਕਿਤੇ ਨੈਤਿਕਤਾ ਤੋਂ ਪਰੇ ਹਟ ਕੇ ਲਿਆ ਗਿਆ ਡਿਸੀਜਨ ਮੰਨਿਆ ਜਾ ਰਿਹਾ ਹੈ। ਐਬਸੋਲੂਟਲੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਔਰ ਦੂਸਰੀ ਹੋਰ ਬੜੀ ਇੰਪੋਰਟੈਂਟ ਗੱਲ ਹੈ, 550 ਸਾਲਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਮਨਾਇਆ ਗਿਆ ਤਾਂ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਯਕੀਨੀ ਤੌਰ ਤੇ ਮੰਨਿਆ ਵੀ ਲੋਕਾਂ ਨੇ ਇਤਨਾ ਚੜਾਵਾ ਚੜਾਇਆ, ਉਸ ਦਾ ਹਲੇ ਤੱਕ ਕੋਈ ਵੀ ਮਤਲਬ ਦੱਸੇ ਹੀ ਨਹੀਂ ਗਿਆ ਕਿੰਨਾ ਚੜਾਵਾ ਚੜਿਆ, ਉਸ ਦਾ ਕੋਈ ਉਸ ਨੂੰ ਅਕਾਊਂਟ ਫਾਰ ਹੀ ਨਹੀਂ ਕੀਤਾ ਗਿਆ। ਦੂਸਰੀ ਇੰਪੋਰਟੈਂਟ ਗੱਲ ਆ, ਉਸ ਵੇਲੇ ਕਈ ਕਰੋੜ ਦੇ 10-10 12-12 ਕਰੋੜ ਦੀਆਂ ਸਟੇਜਾਂ ਲਾਈਆਂ ਗਈਆਂ। ਮੈਂ ਨਹੀਂ ਸਮਝਦਾ ਵੀ ਉਸ ਦੇ ਵਿੱਚ ਕੋਈ ਸੋਨੇ ਦੀਆਂ ਸਟੇਜਾਂ ਲੱਗੀਆਂ, ਉਸ ਦੇ ਵਿੱਚ ਕੋਈ ਹੀਰੇ ਜਵਾਹਰਾਤ ਲੱਗੇ ਹੋਏ ਸੀ। ਕਿ ਗੁਰੂ ਨਾਨਕ ਦੇਵ ਦਾ ਜਿਹੜਾ ਬੜਪਨ ਆ ਉਹਨਾਂ ਸਟੇਜਾਂ ਦੇ ਨਾਲ ਵੱਡਾ ਹੋਇਆ ਤਾਂ ਕਿਹੜੀ ਚੀਜ਼ ਦੁਨੀਆ ਨੂੰ ਆਦੇਸ਼ ਦਿੱਤਾ ਗਿਆ ਗੁਰੂ ਨਾਨਕ ਦੀ ਕੰਟਰੀਬਿਊਸ਼ਨ ਬਾਰੇ? ਗੁਰੂ ਨਾਨਕ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਵੱਖਰੀ ਆ, ਯੂਨੀਕ ਆ, ਔਰ ਜਿਸ ਦਾ ਆਪਣਾ ਇੱਕ ਗ੍ਰੈਂਜਰ ਹੈ। ਉਸ ਕਿਸਮ ਦੀ ਜਿਹੜੀ ਜਾਣੀ ਚਾਹੀਦੀ ਸੀ ਆਵਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਨਹੀਂ ਗਈ।
ਤੋਂ ਕੋਈ ਇਸ ਕਿਸਮ ਦਾ ਆਦੇਸ਼ ਨਹੀਂ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 550 ਸਾਲਾ ਦਿਵਸ ਜਿਹੜਾ ਗੁਰੂ ਨਾਨਕ ਮਹਾਰਾਜ ਦਾ ਮਨਾਇਆ ਗਿਆ, ਜਿਹੜਾ ਮਨਾਇਆ ਜਾਣਾ ਚਾਹੀਦਾ ਸੀ। ਲੋਕਾਂ ਨੂੰ ਬਲਕਿ ਮਾਯੂਸੀ ਹੋਈ ਹੈ ਕਿ ਐਡਾ ਬੜਾ ਅਫਸਰ ਸਾਡੀ ਲੋਕਾਂ ਦੀ ਜ਼ਿੰਦਗੀ 'ਚ ਆਇਆ ਸੀ, ਹੁਣ ਦੂਜਾ ਮੌਕਾ ਜਿਹੜਾ 600 ਸਾਲ ਦਾ ਤਾਂ ਸਾਡੀ ਜ਼ਿੰਦਗੀ 'ਚ ਆਉਣਾ ਨਹੀਂ, ਉਹ ਤਾਂ ਤੁਹਾਡੇ ਵਰਗੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਦੀ ਜ਼ਿੰਦਗੀ 'ਚ ਬੇਸ਼ੱਕ ਆ ਸਕਦਾ ਹੈ। ਤੋਂ ਇਸ ਕਰਕੇ ਇਹ ਬੜਾ ਮੌਕਾ ਸੀ, ਬੜੀ ਵੱਡੀ ਇੱਕ ਅਪਰਚੂਨਿਟੀ ਕੁਦਰਤ ਨੇ ਸਾਨੂੰ ਦਿੱਤੀ ਸੀ, ਵਾਹਿਗੁਰੂ ਨੇ ਸਾਨੂੰ ਦਿੱਤੀ ਸੀ, ਬਖਸ਼ੀ ਸੀ। ਉਸ ਮੌਕੇ ਤੇ ਇੱਕ ਬਹੁਤ ਬੜੇ ਸੰਦੇਸ਼ ਜਾਣੇ ਚਾਹੀਦੇ ਸੀ ਕਿ ਗੁਰੂ ਨਾਨਕ ਦਾ ਜਿਹੜੀ ਵਿਚਾਰਧਾਰਾ ਹੈ ਉਹ ਇੱਕ ਨਿਊ ਵਰਲਡ ਆਰਡਰ ਨੂੰ ਜਨਮ ਦਿੰਦੀ ਹੈ। ਉਹ ਨਿਊ ਵਰਲਡ ਆਰਡਰ ਦੀ ਐਪਲੀਕੇਸ਼ਨ ਵੀ ਹੋਈ ਹੈ ਸਿੱਖ ਰਾਜ ਦੇ ਵਿੱਚ। ਰਣਜੀਤ ਸਿੰਘ ਦਾ ਜਿਹੜਾ ਸਿੱਖ ਰਾਜ ਸੀ ਉਸ ਤੋਂ ਪਹਿਲਾਂ ਵੀ ਜਿਹੜਾ ਮਿਸਲਾਂ ਦਾ ਰਾਜ ਸੀ ਉਸ ਦੇ ਪੀਰੀਅਡ ਦੇ ਵਿੱਚ ਵੀ, ਜਿਸ ਦੇ ਨਾਲ ਕਿਸੇ ਦੇ ਨਾਲ ਕੋਈ ਕਿਸੇ ਕਿਸਮ ਦਾ ਪੱਖਪਾਤ ਨਹੀਂ ਕੀਤਾ ਗਿਆ, ਸਭ ਲੋਕਾਂ ਨਾਲ ਇਨਸਾਫ ਕੀਤਾ ਗਿਆ। ਕਿਉਂ ਇਨਸਾਫ ਕੀਤਾ ਗਿਆ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਨਿਆਂ, ਨਿਆਂ 3 ਵਾਰੀ ਨਿਆਂ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਿਪੀਟ ਹੁੰਦਾ ਹੈਗਾ। ਸਿੱਖ ਨੇ ਨਿਆਂ ਲੈਣੀ ਹੈ, ਨਿਆਂ ਦੇਣੀ। ਸਿੱਖ ਨੇ ਕਿਸੇ ਤੋਂ ਬਦਲਾ ਨਹੀਂ ਲੈਣਾ, ਕਿਸੇ ਨਾਲ ਕਿਸੇ ਕਿਸਮ ਦਾ ਪੱਖਪਾਤ ਨਹੀਂ ਕਰਨਾ, ਕਿਸੇ ਨਾਲ ਕਿਸੇ ਕਿਸਮ ਦਾ ਦਰਾਇਤ ਨਹੀਂ ਕਰਨੀ, ਕਿਸੇ ਨਾਲ ਕਿਸੇ ਕਿਸਮ ਦਾ ਬਦਲਾ ਨਹੀਂ ਲੈਣਾ। ਤੋਂ ਇਹ ਇੱਕ ਬਹੁਤ ਵੱਡੀ ਗੱਲ ਹੈ। ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖੇ ਗਏ, ਸਿੱਖਾਂ ਨੂੰ ਤਸ਼ੱਦਦ ਦਿੱਤਾ ਗਿਆ, ਸਿੱਖਾਂ ਦੀ ਮਤਲਬ ਪਹਿਚਾਣ ਦੇ ਉੱਤੇ ਮਤਲਬ ਬੜੇ ਬੜੇ ਸਰਕਾਰ ਨੇ ਫਰਮਾਨ ਜਾਰੀ ਕੀਤੇ ਔਰ ਸਿੱਖਾਂ ਦੀਆਂ ਮਤਲਬ ਵੇਅਰ ਅਬਾਊਟਸ ਤੇ ਮੁੱਲ ਰੱਖੇ ਗਏ। ਪਰ ਸਿੱਖ ਜਦੋਂ ਸਿੱਖ ਰਾਜ ਆਇਆ ਉਹਨਾਂ ਨੇ ਉਹਨਾਂ ਦੇ ਜਾਨਸ਼ੀਨਾਂ ਤੇ ਕਿਸੇ ਕਿਸਮ ਦਾ ਕੋਈ ਬਦਲਾ ਨਹੀਂ ਲਿਆ, ਕਿਸੇ ਕਿਸਮ ਦੀ ਮੌਬ ਲਿੰਚਿੰਗ ਨਹੀਂ ਕੀਤੀ। ਅੱਜ ਬੜੀ ਵੱਡੀ ਜ਼ਰੂਰਤ ਹੈ ਕਿ ਵਨਸ ਫॉर ਆਲ ਸਿੱਖਾਂ ਨੂੰ ਦੱਸ ਦੇਣਾ ਚਾਹੀਦਾ ਕਿ ਸਾਡਾ ਕੀ ਰਿਸ਼ਤਾ ਆਰਐਸਐਸ ਦੇ ਨਾਲ। ਆਰਐਸਐਸ ਸਾਡੀ ਜਿਹੜੀ ਵਿਚਾਰਧਾਰਾ ਉਸ ਨੂੰ ਬਿਲਕੁਲ ਅਪੋਜ਼ ਕਰਦੀ ਆ, ਅਸੀਂ ਉਸ ਦੀ ਵਿਚਾਰਧਾਰਾ ਨੂੰ ਅਪੋਜ਼ ਕਰਦੇ। ਅਸੀਂ ਵੱਖਵਾਦੀ ਨਹੀਂ। ਸਾਡਾ ਜਿਹੜਾ ਧਰਮ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਧਰਮ ਹੈ ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਯੂਨੀਵਰਸਲ ਹੈ। ਅਸੀਂ ਕਿਸੇ ਮਤਲਬ ਟੈਰੀਟਰੀ ਦੇ ਅਧੀਨ ਨਹੀਂ ਆਉਂਦੇ, ਅਸੀਂ ਕਿਸੇ ਦੇਸ਼ ਦੇ ਅਧੀਨ ਨਹੀਂ ਆਉਂਦੇ, ਅਸੀਂ ਕਿਸੇ ਜਿਹੜੇ ਕਹਿੰਦੇ ਆ ਨਾ ਵੀ ਇਹ ਬੜੀ ਉਹ ਹੈਗਾ ਨੇਸ਼ਨ, ਅਸੀਂ ਨੇਸ਼ਨ ਨੂੰ ਕ੍ਰਾਸ ਕਰਦੇ। ਨੇਸ਼ਨ ਇੱਕ ਬਾਉਂਡਰੀ ਹੈ ਜਿਹੜੀ ਮੈਨ ਮੇਡ ਬਾਉਂਡਰੀ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਮੈਨ ਮੇਡ ਬਾਉਂਡਰੀ ਤੋਂ ਬਿਯੋਂਡ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਖੁੱਲ੍ਹ ਕੇ ਰੱਖਣੀਆਂ ਚਾਹੀਦੀਆਂ ਦੁਨੀਆ ਦੇ ਸਾਹਮਣੇ। ਅਸੀਂ ਮਤਲਬ ਮਲਟੀਕਲਚਰਲਿਜ਼ਮ 'ਚ ਬਿਲੀਵ ਕਰਦੇ ਹਾਂ। ਅਸੀਂ ਸਾਡਾ ਧਰਮ ਹੈ ਜਿਹੜਾ ਉਹ ਇਜਾਜ਼ਤ ਦਿੰਦਾ ਵੀ ਦੂਸਰੇ ਧਰਮ ਵੀ ਐਗਜ਼ਿਸਟ ਕਰ ਸਕਦੇ ਆ ਆਪਣੀ ਵਿਚਾਰਧਾਰਾ ਦੇ ਮੁਤਾਬਕ, ਆਪਣੀਆਂ ਪ੍ਰੈਕਟਿਸਿਸ ਤੇ ਟ੍ਰੈਡੀਸ਼ਨ ਦੇ ਮੁਤਾਬਕ। ਇਸੇ ਗੱਲ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਿੱਤੀ ਕਿ ਹਰ ਮਨੁੱਖ ਦਾ ਇੱਕ ਜਨਮ ਅਧਿਕਾਰ ਹੈ ਕਿ ਉਹ ਆਪਣੀਆਂ ਰਹੁ ਰੀਤਾਂ ਦੇ ਮੁਤਾਬਕ ਆਪਣੇ ਧਰਮ ਨੂੰ ਮਨਾ ਸਕੇ। ਇਹ ਉਸ ਦਾ ਮਤਲਬ ਇਹ ਨਹੀਂ ਵੀ ਗੁਰੂ ਨਾਨਕ ਉਸ ਵਿਚਾਰਧਾਰਾ ਦੇ ਮੰਨਦੇ ਸੀ, ਪਰ ਗੁਰੂ ਨਾਨਕ ਇਸ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ ਦੇ ਮੁਤਾਬਕ ਹਰ ਇੱਕ ਮਨੁੱਖ ਨੂੰ ਆਜ਼ਾਦੀ ਦਿੰਦੇ ਆ ਵੀ ਆਪਣੀਆਂ ਰਹੁ ਰੀਤਾਂ, ਆਪਣੀਆਂ ਹਿਸਾਬ ਕਿਤਾਬ ਦੇ ਨਾਲ ਉਹ ਆਪਣੇ ਧਰਮ ਦੀ ਮੰਨਤਾ ਕਰ ਸਕੇ। ਤੋਂ ਅਸੀਂ ਆਪਣਾ ਧਰਮ ਕਿਸੇ ਦੇ ਉੱਤੇ ਇੰਪੋਜ਼ ਨਹੀਂ ਕਰਨਾ। ਜਿਸ ਤਰੀਕੇ ਦੇ ਨਾਲ ਅੱਜ ਆਰਐਸਐਸ ਤੇ ਬੀਜੇਪੀ ਜਿਹੜੀ ਹਿੰਦੂਤਵਾ ਫੋਰਸਿਸ ਆ ਉਹ ਇੰਪੋਜ਼ ਕਰ ਰਹੀਆਂ, ਆਪਣੀ ਵਿਚਾਰਧਾਰਾ ਦੂਜੇ ਲੋਕਾਂ ਤੇ ਇੰਪੋਜ਼ ਕਰ ਰਹੀਆਂ, ਅਸੀਂ ਉਸ ਨੂੰ ਉਸ ਚੀਜ਼ ਦੀ ਵਿਰੋਧਤਾ ਦੇ ਵਿੱਚ ਖੜੇ ਹੋਣਾ। ਮਨੁੱਖਤਾ ਨੂੰ ਧਰਮ ਦੀ ਪੂਰਨ ਆਜ਼ਾਦੀ ਦੇ ਹੱਕ ਵਿੱਚ ਹੋਣਾ, ਮਨੁੱਖਤਾ ਨੂੰ ਰਾਜਸੀ ਆਜ਼ਾਦੀ ਦੇ ਹੱਕ ਵਿੱਚ ਖੜੇ ਹੋਣਾ। ਅਸੀਂ ਕਿਸੇ ਦੇ ਨਾਲ ਕਿਸੇ ਵਿਤਕਰੇ ਵਿੱਚ ਨਹੀਂ ਪੈਣਾ। ਅਸੀਂ ਹਰ ਇੱਕ ਦੇ ਆਪਣੇ ਇਨਸਾਫ ਲਈ ਵੀ ਲੜਨਾ ਤੇ ਲੋਕਾਂ ਦੇ ਇਨਸਾਫ ਲਈ ਵੀ ਲੜਨਾ, ਔਰ ਜਿਹੜੇ ਦਬੇ ਕੁਚਲੇ ਲੋਕ ਹੈ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣਾ। ਔਰ ਜਿਹੜੀ ਜ਼ਾਤ ਪਾਤ ਹੈ, ਵਰਨ ਆਸ਼ਰਮ ਧਰਮਾਂ ਦਾ ਅਸੀਂ ਵਿਰੋਧ ਕਰਨਾ, ਅਸੀਂ ਉਸ ਦੇ ਵਿਰੋਧੀ ਹਾਂ। ਅਸੀਂ ਮਾਨਵਤਾ ਨੂੰ ਇਕੁਅਲ ਲੈਵਲ ਦੇ ਉੱਤੇ ਸਮਝਦੇ, ਸਾਡੇ 'ਚ ਊਚ ਨੀਚ ਨਹੀਂ ਹੈ, ਅਸੀਂ ਊਚ ਨੀਚ ਦੇ ਵਿਰੋਧੀ ਹਾਂ। ਤੋਂ ਇਸ ਕਰਕੇ ਸਾਡੀ ਜਿਹੜੀ ਵਿਚਾਰਧਾਰਾ ਹੈ ਉਸ ਦੀ ਪ੍ਰਫੁੱਲਤਾ ਹੋਣੀ ਚਾਹੀਦੀ ਹੈ। ਉਹ ਮਾਨਵਤਾ ਦੀ, ਉਹ ਯੂਨੀਵਰਸਲਿਜ਼ਮ ਦੀ ਜਿਹੜੀ ਵਿਚਾਰਧਾਰਾ ਹੈ, ਜਿਸ ਦੀ ਕੋਈ ਬਾਉਂਡਰੀ ਨਾ ਦੇਸ਼ ਦੇ ਵਿੱਚ ਆ, ਉਸ ਦੀ ਕੋਈ ਬਾਉਂਡਰੀ ਨਾ ਕਿਸੇ ਨੇਸ਼ਨ 'ਚ, ਨਾ ਕਿਸੇ ਟੈਰੀਟਰੀ ਦੇ ਵਿੱਚ। ਤੋਂ ਇਸ ਕਰਕੇ ਸਾਡਾ ਇੱਕ ਵੱਖਰਾ ਸਿਧਾਂਤ ਹੈ, ਸਾਡੀ ਗੁਰੂ ਨਾਨਕ ਮਹਾਰਾਜ ਦੀ ਇੱਕ ਵੱਖਰੀ ਵਿਚਾਰਧਾਰਾ ਜਿਹੜੀ ਮਨੁੱਖੀ ਵਿਚਾਰਧਾਰਾ। ਤੋਂ ਉਸ ਕਰਕੇ ਸਾਨੂੰ ਖੁੱਲ੍ਹ ਕੇ ਇਹ ਗੱਲ ਦੱਸਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ। ਬਹੁਤ ਵੱਡੀ ਜ਼ਿੰਮੇਵਾਰੀ ਹੈ।
ਅੱਜ ਖਾਸ ਤੌਰ ਦੇ ਉੱਤੇ ਜਦ ਕਿ ਜਿਹੜੀ ਆਰਐਸਐਸ ਹੈ ਉਹ ਸਾਡੀ ਇੰਡੀਪੈਂਡੈਂਟ ਰਿਲੀਜੀਅਸ ਜਿਹੜੀ ਸਵਰਨਟੀ ਹੈ ਉਸ ਨੂੰ ਇਹ ਕੁਐਸਚਨ ਕਰਦੀ ਹੈ। ਉਹ ਸਾਨੂੰ ਇਹ ਮੰਨਦੇ ਹੀ ਨਹੀਂ। ਉਹ ਕਹਿੰਦੇ ਆ ਜੀ ਹਿੰਦੂਆਂ ਦਾ, ਜੇ ਮੈਂ ਕਹਿੰਦਾ ਜੇ ਉਹ ਕਹਿੰਦੇ ਆ ਹਿੰਦੂ ਤੇ ਸਿੱਖ ਇੱਕ ਹੀ ਹੈ ਤਾਂ ਸਾਰੇ ਹਿੰਦੂ ਸਿੱਖ ਬਣ ਜਾਣ। ਕਿਉਂ ਨਹੀਂ ਸਾਰੇ ਹਿੰਦੂ ਸਿੱਖ ਬਣਦੇ? ਕਿਉਂ ਤੁਸੀਂ ਸਿੱਖਾਂ ਨੂੰ ਇਸ ਗੱਲ ਲਈ ਲਪੇਟ ਰਹੇ ਹੋ ਵੀ ਉਹ ਹਿੰਦੂ ਬਣ? ਪਰ ਸਰ ਜਿਹੜਾ ਇਹ ਬੀਬੀ ਜਗੀਰ ਕੌਰ ਦੀ ਜਿਹੜੀ ਨਿਯੁਕਤੀ ਹੈ ਉਸ ਨੂੰ ਰਾਜਨੀਤਿਕ ਰੰਗਤ ਦੇ ਨਜ਼ਰੀਏ ਤੋਂ ਵੀ ਵੇਖਿਆ ਜਾ ਰਿਹਾ, ਕਿਉਂਕਿ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਆਉਣ ਵਾਲੇ ਨੇ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਸੁਖਬੀਰ ਬਾਦਲ ਨੇ ਸਿੱਖ ਵੋਟ ਬੈਂਕ ਨੂੰ ਬਚਾਉਣ ਲਈ, ਕਿਉਂਕਿ ਸਿੱਖ ਭਾਈਚਾਰੇ ਦੇ ਵਿੱਚ ਪਾਵਨ ਸਰੂਪਾਂ ਦੇ ਗਬਨ ਮਾਮਲੇ ਨੂੰ ਲੈ ਕੇ ਰੋਸ ਆ, ਲਗਾਤਾਰ ਐਸਜੀਪੀਸੀ ਦੇ ਦਫ਼ਤਰ ਦੇ ਬਾਹਰ ਜਿਹੜੇ ਸਿੱਖ ਭਾਈਚਾਰੇ ਵੱਲੋਂ ਧਰਨੇ ਉਹ ਦਿੱਤੇ ਜਾ ਰਹੇ ਨੇ ਤੇ ਇਹ ਮੰਨਿਆ ਜਾ ਰਿਹਾ ਕਿ ਸੁਖਬੀਰ ਬਾਦਲ ਨੇ ਸਿੱਖ ਵੋਟ ਬੈਂਕ ਨੂੰ ਬਚਾਉਣ ਲਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਾਂਭੇ ਕੀਤਾ ਹੈ ਤੇ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੀ ਗੱਦੀ ਤੇ ਬਿਠਾਇਆ। ਦੇਖੋ ਗੱਲ ਇਹ ਆ, ਇੱਕ ਈਵਲ ਨੂੰ ਬਰਾਂ ਕੀਤਾ, ਦੂਸਰਾ ਈਵਲ ਲੈ ਕੇ ਆਇਆ। ਜਾਂ ਤਾਂ ਕੋਈ ਬੈਟਰ ਸਬਸਟੀਟਿਊਟ ਹੁੰਦਾ ਜਿਸ ਦੀ ਪ੍ਰਵਾਨਿਕਤਾ ਸਿੱਖ ਜਗਤ ਦੇ ਵਿੱਚ ਹਰ ਪਹਿਲੂ ਤੋਂ ਹੁੰਦੀ, ਪਰ ਬਦਕਿਸਮਤੀ ਦੇ ਨਾਲ ਮਤਲਬ ਇੱਕ ਜਿਹੜਾ ਈਵਲ ਸੀ ਉਸ ਦੇ ਸਬਸਟੀਟਿਊਟ ਚ ਦੂਸਰਾ ਈਵਲ ਤੁਸੀਂ ਖੜਾ ਕਰ ਲਿਆ। ਇਸ ਦੇ ਨਾਲ ਤੁਹਾਨੂੰ ਕਿਸੇ ਕਿਸਮ ਦੀ ਅਪਰੂਵਲ ਸਿੱਖਾਂ ਕੰਨਿਓ ਨਹੀਂ ਮਿਲਣੀ। ਸਿੱਖ ਇਸ ਬੀਬੀ ਦੇ ਜਿਹੜਾ ਜਿਸ ਦਾ ਕਾਰਗੁਜ਼ਾਰੀ ਆ ਉਸ ਨੂੰ ਕੁਐਸਚਨ ਕਰਦੇ ਆ। ਤੋ ਅੱਜ ਜ਼ਰੂਰਤ ਆ, ਬਹੁਤ ਵੱਡੀ ਜ਼ਰੂਰਤ ਆ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਨਾਨਕਸ਼ਾਹੀ ਕੈਲੰਡਰ ਪਰਾਂ ਕਰਾਇਆ, ਜਿਹੜਾ ਡੇਰਾਵਾਦੀਆਂ ਨੇ ਕਰਾਇਆ, ਇਸੇ ਤਰੀਕੇ ਨਾਲ ਆਰਐਸਐਸ ਨੇ ਕਰਾਇਆ, ਔਰ ਇਸੇ ਤਰੀਕੇ ਨਾਲ ਹੁਣ ਆਰਐਸਐਸ ਆ ਜਿਹੜੀ ਉਹ ਹਾਵੀ ਹੋ ਕੇ ਜਿਹੜਾ ਵਿਚਿੱਤਰ ਨਾਟਕ ਆ ਉਹਨੂੰ ਇੰਪੋਜ਼ ਕਰ ਰਹੀ ਹੈ। ਉਹਨੂੰ ਬਰਾਬਰ ਦਾ ਸ਼ਰੀਕ ਬਣਾ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦੇ ਵਿੱਚ। ਤੋ ਇਹ ਸਾਰੀਆਂ ਬੜੀਆਂ ਪੇਚੀਦਾ ਤੇ ਬੜੇ ਵੱਡੇ ਮਤਲਬ ਕੁਐਸਚਨ ਆ ਕਿ ਬੀਬੀ ਜਗੀਰ ਕੌਰ ਇਹਨਾਂ ਕੁਐਸਚਨਾਂ ਦੇ ਵਾਜਬ ਜਵਾਬ ਦੇ ਸਕੇਗੀ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਤੋ ਇਹ ਬੜੇ ਵੱਡੇ ਸਮੱਸਿਆਵਾਂ, ਬੜੇ ਵੱਡੇ ਕੁਐਸਚਨ ਆ। ਸਾਡਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਰੇ ਦਾ ਸਾਰਾ ਐਜੂਕੇਸ਼ਨ ਦਾ ਢਾਂਚਾ ਉਹ ਖੁਦਰ-ਬੁਦਰ ਹੋ ਗਿਆ। ਉਸ ਦੀ ਕੋਈ ਬਹੁਤ ਵੱਡੀ ਕ੍ਰੈਡੀਬਿਲਿਟੀ ਨਹੀਂ ਹੈ। ਸਾਡੀ ਯੂਨੀਵਰਸਿਟੀ ਆ ਉਸ ਦਾ ਕੋਈ ਬਹੁਤ ਵੱਡਾ ਆਧਾਰ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਜਿਹੜੀ ਰੱਖੀ ਹੋਈ ਯੂਨੀਵਰਸਿਟੀ ਹੈ। ਤੋ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਅਦਾਰੇ ਆ ਜਿਹੜੇ ਲੋਕਾਂ ਨੇ ਟਰਸਟ ਬਣਾ ਕੇ, ਖਾਸ ਤੌਰ ਤੇ ਬਾਦਲ ਪਰਿਵਾਰ ਨੇ ਟਰਸਟ ਬਣਾ ਕੇ ਹੜਪ ਲਏ। ਇਸੇ ਤਰੀਕੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਭਵਨ ਆ ਇੱਥੇ 15 ਸੈਕਟਰ ਦੇ ਵਿੱਚ, ਉਹ ਜਸਵੀਰ ਸਿੰਘ ਆਲੂਵਾਲੀਆ ਆਪਣੀ ਫੈਮਿਲੀ ਨੂੰ ਟਰਸਟ ਬਣਾ ਕੇ ਦੇ ਗਏ। ਉਹਨਾਂ ਨੂੰ ਵਾਪਸ ਪੰਥ ਦੇ ਕੋਲ ਰਿਸਟੋਰ ਕਰਾਉਣਾ। ਇਸੇ ਤਰੀਕੇ ਦੇ ਨਾਲ ਮੀਰੀ ਪੀਰੀ ਦਾ ਜਿਹੜਾ ਇੱਕ ਬੜਾ ਇੰਸਟੀਟਿਊਸ਼ਨ ਆ ਅੰਬਾਲਾ ਦਿੱਲੀ ਰੋਡ ਦੇ ਉੱਤੇ, ਉਹ ਬਾਦਲਾਂ ਨੇ ਟਰਸਟ ਬਣਾ ਕੇ ਆਪਣੇ ਹੜਪ ਕਰ ਲਿਆ। ਉਹਨਾਂ ਨੇ ਜ਼ਾਤੀ ਉਹ ਪ੍ਰਾਪਰਟੀ ਬਣਾ ਲਈ ਆ। ਹੋਰ ਵੀ ਬਹੁਤ ਸਾਰੀਆਂ ਇਸ ਕਿਸਮ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਜਿਨ੍ਹਾਂ ਨੂੰ ਟਰਸਟ ਦੇ ਵਿੱਚ ਬਦਲ ਕੇ ਇਹਨਾਂ ਲੋਕਾਂ ਨੇ ਕਬਜ਼ੇ ਕਰ ਲਏ। ਤੋ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਜ਼ਮੀਨਾਂ, ਵੱਡਮੁੱਲੀਆਂ ਜ਼ਮੀਨਾਂ, ਵੱਡਮੁੱਲੀਆਂ ਜਾਇਦਾਦਾਂ ਜਿਨ੍ਹਾਂ ਨੂੰ ਥਰੋਵੇ ਪ੍ਰਾਈਸ ਤੇ ਆਪਣੇ ਫੇਵਰੇਟ ਨੂੰ ਦੇ ਕੇ ਉਹਨਾਂ ਦੀ ਫੇਵਰ ਜਿੱਤੀ ਜਾਂਦੀ। ਸਰ ਮੇਰਾ ਆਖਰੀ ਸਵਾਲ ਹੈ ਕਿ ਜਦੋਂ ਇਲੈਕਸ਼ਨਾਂ ਦੇ ਵਿੱਚ ਲੋਕ ਵੋਟ ਦੇ ਕੇ ਆਪਣੀ ਸਰਕਾਰ ਚੁਣਦੇ ਨੇ ਤਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਿੱਖ ਭਾਈਚਾਰੇ ਦੀ ਸਰਕਾਰ ਆ ਤੇ ਇਹ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਸਿੱਖ ਭਾਈਚਾਰਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਸ ਨੂੰ ਸੀਰੀਅਸ ਨਹੀਂ ਲੈਂਦਾ, ਇਸ ਕਰਕੇ ਸ਼ਾਇਦ ਐਸਜੀਪੀਸੀ ਦੇ ਵਿੱਚ ਇੰਨੀਆਂ ਸਾਰੀਆਂ ਕੁਰੀਤੀਆਂ ਜਿਹੜੀਆਂ ਨੇ ਉਹ ਪੈਦਾ ਹੋ ਚੁੱਕੀਆਂ ਨੇ। ਨਹੀਂ, ਇਹ ਬਿਲਕੁਲ ਤੁਹਾਡੀ ਠੀਕ ਗੱਲ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨੂੰ ਸਿੱਖ ਪੰਥ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ। ਉਹਦੇ ਵਿੱਚ ਮਤਲਬ ਵੋਟਿੰਗ, ਆਪਣੀਆਂ ਵੋਟਾਂ ਰਜਿਸਟਰ ਕਰਾ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਇਸ ਕਿਸਮ ਦੇ ਕੈਂਡੀਡੇਟਾਂ ਨੂੰ ਜਿਹੜੇ ਸਿੱਖੀ ਨੂੰ ਪਰਪੱਕ ਹੋਣ, ਸਿੱਖੀ ਦੀ ਸਾਰੀ ਪ੍ਰਕਿਰਿਆ ਨੂੰ ਸਮਝਦੇ ਹੋਣ, ਔਰ ਉਹਨਾਂ ਨੂੰ ਸੂਝ-ਬੂਝ ਹੋਵੇ ਵੀ ਅੱਜ ਦੇ ਕੰਟੈਕਸਟ ਦੇ ਵਿੱਚ, ਮਾਡਰਨ ਟਾਈਮ ਦੇ ਵਿੱਚ ਅਸੀਂ ਆਪਣੇ ਧਰਮ ਨੂੰ ਕਿਸ ਤਰੀਕੇ ਨਾਲ ਪ੍ਰਚਾਰਨਾ, ਕਿਸ ਤਰੀਕੇ ਨਾਲ ਚੰਗਾ ਐਜੂਕੇਸ਼ਨ ਸਿਸਟਮ ਲੈ ਕੇ ਆਉਣਾ। ਇਹ ਸਾਰੀਆਂ ਚੀਜ਼ਾਂ ਲੋਕਾਂ ਤੇ ਵੀ ਨਿਰਭਰ ਹੈ ਕਿ ਲੋਕ ਇਨਵੋਲਵਡ ਹੋਣ, ਵੋਟਾਂ ਪਾਉਣ, ਵੋਟਾਂ ਰਜਿਸਟਰ ਕਰਾਉਣ ਔਰ ਚੰਗੇ ਕੈਂਡੀਡੇਟਸ ਨੂੰ ਇਲੈਕਟ ਕਰਕੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭੇਜਣ ਤਾਂ ਕਿ ਉਸ ਦੇ ਵਿੱਚ ਮਤਲਬ ਚੰਗੀ ਜਿਹੜੀ ਸੋਚ ਵਿਚਾਰ ਵਾਲੇ ਲੋਕ ਆ ਕੇ ਉਸ ਨੂੰ ਅੱਗੇ ਲੈ ਕੇ ਜਾਣ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਬਾਰੇ ਤੇ ਕਿਵੇਂ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਇਹ ਨਿਯੁਕਤੀ ਜਿਹੜੀ ਹੈ ਨੈਤਿਕਤਾ ਤੋਂ ਹਟ ਕੇ ਕੀਤੀ ਗਈ ਹੈ। ਬਿਲਕੁਲ ਇੱਕ ਪਾਸੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨੇ ਉਹ ਐਲਾਨ ਕੀਤੇ ਗਏ ਨੇ ਕਿ ਅਗਲੇ ਸਾਲ 'ਚ ਜਿਹੜੇ ਇਲੈਕਸ਼ਨ ਨੇ ਉਹ ਹੋਣੇ ਨੇ ਤੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਆਪਣੀ
ਮਰਜ਼ੀ ਦੇ ਨਾਲ ਜਿਹੜਾ ਪ੍ਰਧਾਨ ਹੈ ਉਹ ਨਿਯੁਕਤ ਕੀਤਾ ਜਾਂਦਾ ਹੈ। ਕਿਤੇ ਨਾ ਕਿਤੇ ਇਹ ਦੋਸ਼ ਲੱਗਦੇ ਸਹੀ ਸਾਬਿਤ ਹੁੰਦੇ ਨੇ। ਇਹ ਦੋਸ਼ ਅਕਸਰ ਲੱਗਦੇ ਨੇ ਅਕਾਲੀ ਦਲ ਤੇ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੈ ਉਹ ਸੁਖਬੀਰ ਬਾਦਲ ਦੀ ਜੇਬ ਚੋਂ ਨਿਕਲਦੀ ਹੈ ਤੇ ਇੱਕ ਵਾਰ ਫਿਰ ਤੋਂ ਜਿਹੜੇ ਇਹ ਦੋਸ਼ ਨੇ, ਇਹ ਇਲਜ਼ਾਮ ਨੇ, ਉਹ ਸੱਚ ਹੁੰਦੇ ਦਿਖਾਈ ਦਿੱਤੇ ਨੇ। ਫਿਰ ਹਾਜ਼ਰ ਹੋਵਾਂਗੇ, ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।